किसान एकता जिंदाबाद, किसान एकता जिंदाबाद। मोदी सरकार मुर्दाबाद, मोदी सरकार मुर्दाबाद, जिंदाबाद, मोदी सरकार मुर्दाबाद, भारत सरकार मुर्दाबाद, सरकार मुर्दाबाद, किसान एकता जिंदाबाद, किसान एकता जिंदाबाद, किसान एकता जिंदाबाद, मोदी सरकार मुर्दाबाद, भारत सरकार मुर्दाबाद, किसान एकता जिंदाबाद, भारत सरकार मुर्दाबाद। ਤੁਸੀਂ ਦੇਖ ਰਹੇ ਹੋ ਜੀ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਮੈਂ ਹਰਮਨਜੀਤ ਸਿੰਘ ਫਿਰਮਾਨ ਐਡਮਿੰਟਨ ਸ਼ਹਿਰ ਦੇ ਵਿੱਚ ਇੱਥੇ ਇਕੱਤਰ ਹੋਏ ਹਾਂ ਜੀ ਅੱਜ 34 ਸਟਰੀਟ ਐਂਡ 34 ਐਵੀਨਿਊ ਫਰੇਜ਼ਰ ਮੀਟ ਐਂਡ ਲਵਲੀ ਪਿਜ਼ੇਰੀਆ ਵਾਲੇ ਪਲਾਜ਼ੇ ਦੇ ਵਿੱਚ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਪਿਛਲੇ ਲੰਬੇ ਅਰਸੇ ਤੋਂ ਕਿਸਾਨੀ ਸੰਘਰਸ਼ ਜਿਹੜਾ ਹੈ ਉਹ ਇੰਡੀਆ ਵਿੱਚ ਚੱਲ ਰਿਹਾ ਹੈ। ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਪਰ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਅੰਦੋਲਨ ਚਲਾਇਆ ਜਾ ਰਿਹਾ ਹੈ ਔਰ ਉਸ ਅੰਦੋਲਨ ਦੇ ਤਹਿਤ ਅੱਜ ਯਾਨੀ ਕਿ ਕੁਝ ਘੰਟਿਆਂ ਦੇ ਵਿੱਚ ਜਿਹੜੀ 26 ਜਨਵਰੀ ਦੀ ਪਰੇਡ ਦੇ ਨਾਲ ਕਿਸਾਨਾਂ ਦੀ ਵੱਖਰੀ ਪਰੇਡ ਨਿਕਲ ਰਹੀ ਆ। ਕੱਲ੍ਹ ਵੀ ਐਡਮਿੰਟਨ ਸ਼ਹਿਰ ਦੇ ਵਿੱਚ ਕਾਫੀ ਠੰਡ ਹੋਣ ਦੇ ਬਾਵਜੂਦ 17 ਸਟਰੀਟ ਤੇ ਰੈਕ ਸੈਂਟਰ ਦੀਆਂ ਗਰਾਊਂਡਾਂ ਦੇ ਵਿੱਚ ਜਿਹੜੇ ਕਿਸਾਨ ਸ਼ਹੀਦ ਹੋ ਚੁੱਕੇ ਨੇ, ਆਪਣੀਆਂ ਜਾਨਾਂ ਦੇ ਚੁੱਕੇ ਨੇ, ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਉੱਥੇ ਇਕੱਤਰ ਹੋਏ ਸੀਗੇ ਸਾਡੇ ਐਡਮਿੰਟੋਨੀਅਨਸ। ਅੱਜ ਵੀ ਇੱਥੇ ਇਕੱਠੇ ਹੋਏ ਆ। ਆਓ ਜੀ ਗੱਲਬਾਤ ਕਰਦੇ ਹਾਂ। ਗੁਰਦੀਪ ਸਿੰਘ ਮਾਨ ਨੇ ਸਾਡੇ ਨਾਲ ਜੁੜੇ। ਭਾਜੀ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਅੱਜ ਇੱਥੇ ਆਪਾਂ ਸੇਮ ਕਾਜ਼ ਲਈ ਕਿਸਾਨਾਂ ਦਾ ਅੰਦੋਲਨ ਇੰਡੀਆ ਚੱਲ ਰਿਹਾ, ਉਹਨਾਂ ਦੇ ਨਾਲ ਆਪਾਂ ਖੜੇ ਹਾਂ। ਸਾਰਾ ਐਡਮਿੰਟਨ ਦੇ ਕਿਸਾਨ ਸਾਰੇ ਆਪਾਂ ਨਾਲ ਖੜੇ ਹਾਂ। ਭਾਰਤ ਗੌਰਮੈਂਟ ਦੀ ਬਹੁਤ ਮੰਦਭਾਗੀ ਗੱਲ ਆ ਜਿਹੜਾ ਇੰਨੇ ਦਿਨਾਂ ਤੋਂ ਅੰਦੋਲਨ ਚੱਲ ਰਿਹਾ, ਉਹ ਬਿੱਲ ਵਾਪਸ ਨਹੀਂ ਲੈ ਰਹੇ। ਤੇ ਆਪਾਂ ਸਾਰੇ ਜਾਣਦੇ ਹਾਂ ਅੱਜ 26 ਜਨਵਰੀ ਦਾ ਉੱਥੇ ਇਕੱਠ ਹੋ ਰਿਹਾ ਤੇ ਅੰਦੋਲਨ ਹੋ ਰਿਹਾ। ਉਸ ਦਾ ਅਸੀਂ ਸਟਾਰਟ ਕਰਦੇ ਹਾਂ ਇੱਥੇ ਐਡਮਿੰਟਨ ਤੋਂ। ਉੱਥੇ ਸਵੇਰ ਨੂੰ ਹੋਣਾ ਸਾਰੇ ਐਡਮਿੰਟਨ ਦੇ ਅਸੀਂ ਸਾਰੇ ਕਿਸਾਨਾਂ ਦੇ ਪੁੱਤਰ ਹਾਂ ਤੇ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਹਾਂ ਤੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹਾਂ, ਉਹਨਾਂ ਦੇ ਨਾਲ ਖੜੇ ਹਾਂ। ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਬਿਲਕੁਲ ਜੀ, ਜਿਵੇਂ ਕਿ ਪਤਾ ਵੀ ਕਿਸਾਨਾਂ ਦੀ ਜਿਹੜੀ ਟਰੈਕਟਰ ਰੈਲੀ ਆ ਉਹ ਆਲਰੇਡੀ 3-4 ਘੰਟਿਆਂ ਦੇ ਵਿੱਚ ਦਿੱਲੀ ਦੇ ਵਿੱਚ ਸ਼ੁਰੂ ਹੋ ਜਾਣੀ ਆ ਤੇ ਐਡਮਿੰਟੋਨੀਅਨਸ ਜਿਹੜੇ ਨੇ ਇਹ ਵੀ ਆਪਣੇ ਚਾਹੁੰਦੇ ਨੇ ਵੀ ਉਹਦੇ ਵਿੱਚ ਸ਼ਮੂਲੀਅਤ ਕੀਤੀ ਜਾਵੇ ਤੇ ਹੁਣ ਤੋਂ ਹੀ ਇਹਨਾਂ ਨੇ ਜਿਹੜੀ ਉਹ ਅੰਦੋਲਨ ਦੀ ਜਿਹੜੀ ਸ਼ੁਰੂਆਤ ਹੈ ਉੱਥੇ ਰੈਲੀ ਦੀ ਸ਼ੁਰੂਆਤ ਇੱਥੇ ਕਰ ਚੁੱਕੇ ਨੇ। ਸਾਡੇ ਨਾਲ ਰਾਣਾ ਭਾਜੀ ਵੀ ਜੁੜੇ ਨੇ। ਭਾਜੀ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਣਾ ਜੀ 3-4 ਘੰਟਿਆਂ ਦੇ ਵਿੱਚ ਉੱਥੇ ਜੀ ਸ਼ੁਰੂ ਹੋ ਜਾਣੀ ਹੈ ਆਪਣੀ ਟਰੈਕਟਰ ਰੈਲੀ। ਬਹੁਤ ਵੱਡੀ ਰੈਲੀ ਹੋਣੀ ਆ। ਮੈਨੂੰ ਲੱਗਦਾ ਲੱਖ ਤੋਂ ਉੱਪਰ ਟਰੈਕਟਰ ਜਿਹੜਾ ਉੱਥੇ ਇਕੱਤਰ ਹੋ ਚੁੱਕਿਆ ਤੇ ਆਸ ਕਰਦੇ ਹਾਂ ਕਿ ਬੜੇ ਸ਼ਾਂਤੀਪੂਰਨ ਤਰੀਕੇ ਨਾਲ ਉਹ ਇਕੱਠ ਹੋਵੇ ਉੱਥੇ। ਤੇ ਅੱਜ ਆਪਾਂ ਇੱਥੇ ਕਿਉਂ ਇਕੱਤਰ ਹੋਏ ਇੱਥੇ ਜੀ ਤੁਹਾਨੂੰ ਪਤਾ ਹੀ ਹੈ ਜਿਵੇਂ ਸਾਡੀਆਂ ਭਾਰਤ ਦੀਆਂ ਸਰਕਾਰਾਂ, ਪੰਜਾਬ ਦੀਆਂ ਸਰਕਾਰਾਂ ਬਹੁਤ ਹੀ ਉਹਨਾਂ ਦੀ ਘਟੀਆ ਸੋਚ ਹੋਣ ਕਰਕੇ ਸਾਡੇ ਮਜ਼ਦੂਰ ਕਿਸਾਨ ਸਾਰੇ ਉਹਨਾਂ ਦਾ ਜਿਹੜਾ ਫਾਰਮਰ ਨੂੰ ਇਕਜੁੱਟ ਪਾੜ ਰਹੇ ਆ, ਉਹ ਪਾੜਾ ਪਵਾ ਰਹੇ ਆ ਸਾਡੇ ਭਾਰਤੀ ਕਿਸਾਨਾਂ 'ਚ, ਮਜ਼ਦੂਰਾਂ 'ਚ। ਉਹਨਾਂ ਨੇ ਸਾਡੇ ਕਿਸਾਨਾਂ ਦੀ ਜ਼ਮੀਨ ਖੋਹ ਕੇ ਇੱਕ ਵੱਡੇ ਘਰਾਣਿਆਂ ਨੂੰ, ਅਵਾਨੀ ਤੇ ਅਡਾਨੀ ਵਰਗੇ ਨੂੰ ਦੇ ਰਹੇ ਆ। ਬਿਲਕੁਲ, ਜਿਹੜੇ ਕਿ ਮੋਦੀ ਵਰਗੇ ਉਹ ਚਾਹੁੰਦੇ ਨਹੀਂ ਵੀ ਪੰਜਾਬ ਚਾਹੇ ਉੱਤੇ ਨੂੰ ਜਾਵੇ, ਜਿਹੜੀਆਂ ਜਿੱਥੇ ਜਾਇਦਾਦਾਂ ਆਪਣੀਆਂ ਚੰਗੀਆਂ ਜ਼ਮੀਨਾਂ ਉਹ ਖਤਮ ਕਰ ਗਈ ਜੀ। ਇਸ ਕਰਕੇ ਭਾਰਤ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ, ਦਿੱਲੀ ਦੀ ਸਰਕਾਰ ਨੇ, ਦਿੱਲੀ ਨੇ ਚਾਹਿਆ ਵੀ ਪੰਜਾਬ ਨੂੰ ਹਮੇਸ਼ਾ ਹੀ ਨੱਪਣਾ। ਬਿਲਕੁਲ, ਇਸ ਕਰਕੇ ਪਰ ਅੱਜ ਉਹਨਾਂ ਨੇ ਤਾਂ ਨੱਪਣਾ ਚਾਹਿਆ ਸੀ। ਮਹਾਰਾਜ ਦੀ ਕਿਰਪਾ ਬਖਸ਼ਿਸ਼ ਇੰਨੀ ਹੋਈ ਜਿਵੇਂ ਕਿ ਅੱਜ ਭਾਰਤ ਨੂੰ, ਪੰਜਾਬ ਨੂੰ ਉਹ ਪਾੜ ਰਹੇ ਸੀ, ਨਸ਼ਿਆਂ ਦਾ ਦਰਿਆ ਵਗਾ ਰਹੇ ਸੀ, ਪਰ ਮਹਾਰਾਜ ਦੀ ਕਿਰਪਾ ਇੰਨੀ ਪਾਰ ਬਖਸ਼ਿਸ਼ ਹੋਈ, ਉਹ ਪੰਜਾਬ ਅੱਜ ਇਕਜੁੱਟ ਹੋ ਗਿਆ। ਸਿਰਫ ਪੰਜਾਬ ਨਹੀਂ ਜੀ, ਮੈਨੂੰ ਲੱਗਦਾ ਸਾਰਾ ਭਾਰਤ ਇਕਜੁੱਟ ਹੋ ਗਿਆ। ਹਾਂਜੀ, ਭਾਰਤ ਇਕਜੁੱਟ ਹੋ ਗਿਆ। ਪਹਿਲਾਂ ਤਾਂ ਪੰਜਾਬ ਸੀ ਜੀ, ਹੁਣ ਭਾਰਤ ਹੀ ਇਕਜੁੱਟ ਹੋ ਗਿਆ ਜੀ। ਬਿਲਕੁਲ, ਜਿਵੇਂ ਪੰਜਾਬ ਤੇ ਹਰਿਆਣੇ ਵਿੱਚ ਪਹਿਲਾਂ ਪਾੜਾ ਪਾਇਆ ਗਿਆ ਸੀ ਸਰਕਾਰਾਂ ਵੱਲੋਂ, ਕਦੀ ਪਾਣੀ ਨੂੰ ਲੈ ਕੇ, ਕਦੀ ਹੋਰ ਮੁੱਦਿਆਂ ਨੂੰ ਲੈ ਕੇ। ਹਾਂਜੀ, ਹੁਣ ਤਾਂ ਮੈਨੂੰ ਲੱਗਦਾ ਜੀ ਹਰਿਆਣਾ ਕੀ, ਹਿਮਾਚਲ ਕੀ, ਉੱਤਰ ਪ੍ਰਦੇਸ਼, ਰਾਜਸਥਾਨ, ਕੇਰਲਾ, ਕਰਨਾਟਕਾ, ਤਾਮਿਲਨਾਡੂ, ਆਂਧਰਾ ਸਾਰਾ ਇਕਜੁੱਟ ਹੋ ਗਿਆ। ਹਾਂਜੀ, ਇਕਜੁੱਟ ਹੋ ਗਿਆ। ਜਨ ਅੰਦੋਲਨ ਬਣ ਚੁੱਕਿਆ ਜੀ। ਹਾਂਜੀ, ਜਿਹੜਾ ਅੰਦੋਲਨ ਆ ਜੀ ਇਹ ਪੂਰੇ ਵਰਲਡ 'ਚ ਪਹਿਲੇ ਨੰਬਰ ਦਾ ਅੰਦੋਲਨ ਹੋ ਰਿਹਾ ਤੇ ਸ਼ਾਂਤਮਈ ਸ਼ਾਂਤਪੂਰਵਕ ਜਿੰਦਾਬਾਦ, ਇਹ ਸ਼ਾਂਤਮਈ ਹੋ ਰਿਹਾ ਜੀ। ਬਿਲਕੁਲ, ਇਸ ਕਰਕੇ ਉਹਨਾਂ ਨੇ ਸਰਕਾਰਾਂ ਅੱਜ ਵੀ ਵੇਖੋ ਉਹਦੇ
ਵਿੱਚ ਕੋਈ ਬੰਦੇ ਭੇਜ ਦਿੰਦੇ ਆ ਵੀ ਇਦਾਂ ਹੋ ਜੇ, ਪਰ ਉਹ ਰੱਬ ਦੀ ਬਖਸ਼ਿਸ਼ ਇੰਨੀ ਆ, ਉਦੋਂ ਹੀ ਉਹ ਬੰਦੇ ਫੜੇ ਜਾਂਦੇ ਆ, ਇਹ ਨਾਕਾਮ ਹੋ ਜਾਂਦੇ ਆ। ਇਹਨਾਂ ਦੀ ਸਰਕਾਰਾਂ ਦੀ ਚਾਲ ਆ ਜਿਹੜੀ ਨਾਕਾਮ ਹੋ ਜਾਂਦੀ ਆ। ਇਸ ਕਰਕੇ ਸਾਡੀ ਪੰਜਾਬ ਦੀ ਸਰਕਾਰ ਨੇ ਵੀ ਨਹੀਂ ਸਾਥ ਦਿੱਤਾ, ਜਿਹਨੂੰ ਅਸੀਂ ਆਪਣੀ ਸਰਕਾਰ ਆਂਦੇ ਸੀ ਪੰਜਾਬ ਦੀ, ਤੇ ਸੈਂਟਰ ਨੇ ਤਾਂ ਸਾਡਾ ਸਾਥ ਦੇਣਾ ਹੀ ਕਾਹਦਾ ਸੀ। ਇਸ ਕਰਕੇ ਅੱਜ ਜਿਹੜਾ ਅੰਦੋਲਨ ਚੱਲ ਰਿਹਾ ਉਹ ਸਾਡੇ ਪੰਜਾਬ ਦੇ ਲੋਕ ਇੰਨੇ ਸੂਝਵਾਨ ਤੇ ਪੜ੍ਹੇ ਲਿਖੇ ਜਿਹੜੇ ਬੱਚੇ ਬੱਚੀਆਂ ਅੱਜ ਕੱਲ੍ਹ, ਉਹਨਾਂ ਨੂੰ ਇੰਨਾ ਹੀ ਚਾਨਣਾ ਹੋ ਗਿਆ ਕਿ ਸਾਡੀਆਂ ਸਰਕਾਰਾਂ ਨੇ ਸਾਡੇ 'ਚ ਪਵਾੜਾ, ਪੂਰੇ ਭਾਰਤ 'ਚ ਪਵਾੜਾ ਪਵਾਤਾ ਸੀ। ਇਸ ਕਰਕੇ ਸਾਡਾ ਭਾਰਤ ਇਕਮੁੱਠ ਹੋਇਆ ਵਾ। ਇਸ ਕਰਕੇ ਜਿਹੜਾ ਅੰਦੋਲਨ ਆ, ਅਸੀਂ ਸੱਚੇ ਪਾਤਸ਼ਾਹ ਮੂਹਰੇ ਵਾਹਿਗੁਰੂ ਮੂਹਰੇ ਅਰਦਾਸ ਕਰਦੇ ਆ ਉਹ ਸ਼ਾਂਤਪੂਰਵਕ ਨਾ ਸਿਰੇ ਚੜ੍ਹ ਜੇ। ਤੇ ਜਿਹੜਾ ਅਸੀਂ ਮੋਦੀ ਨੂੰ ਇਹ ਕਹਿੰਦੇ ਆ ਹਜੇ ਵੀ ਤੇਰਾ ਵਕਤ ਸੁਧਰਨ ਦਾ, ਸਮਝ ਜਾ, ਕਿਉਂਕਿ ਸਾਡਾ ਜਿਹੜਾ ਹੱਕ ਹੈ ਵੀ ਸਾਨੂੰ ਦੇਣਾ ਚਾਹੀਦਾ। ਕਿਸਾਨ ਮਜ਼ਦੂਰ ਜਿਹੜੀ ਜ਼ਮੀਨ ਆ ਉਹ ਕਿਸਾਨ ਹੈ, ਬਿਲਕੁਲ ਕਿਸਾਨ ਤਾਂ ਜੇ ਜ਼ਮੀਨ ਆ ਤਾਂ ਜਿਹੜਾ ਆਪਣਾ ਜਿਵੇਂ ਚੱਲਦਾ ਹੈਗਾ ਪ੍ਰੋਗਰਾਮ ਕਿਸਾਨੀ ਦਾ, ਤੇ ਜੇ ਜ਼ਮੀਨ ਉਹਨਾਂ ਨੇ ਖੋਲੀ, ਇਹ ਮਤੇ ਪਾਸ ਹੋ ਗਏ ਤੇ ਸਾਡਾ ਕਿਸਾਨ ਖਤਮ ਹੋ ਜੂ। ਕਿਸਾਨ ਖਤਮ ਹੋ ਗਿਆ, ਜਿਹੜੀ ਸਾਡੀ ਇਨਕਮ ਹੈ ਉਹ ਸਾਡੇ ਪੰਜਾਬ ਦੀ ਖਤਮ ਹੋ ਜੂਗੀ, ਸਾਡੇ ਪੂਰੇ ਭਾਰਤ ਦੀ ਖਤਮ ਹੋ ਜੂ, ਕਿਉਂਕਿ ਅੰਨਦਾਤਾ ਸਾਡਾ ਭਾਰਤ ਦਾ ਇੱਕ ਕਿਸਾਨ ਹੈ। ਉਹ ਜਿਹੜਾ ਵੀ ਕਿਸਾਨੀ ਕਰਦਾ ਉਹ ਕਿਸਾਨ ਹੀ ਹੁੰਦਾ ਜੀ। ਉਹਦੇ ਕੋਲੇ ਜ਼ਮੀਨ ਹੋਵੇ ਚਾਹੇ ਨਾ ਹੋਵੇ, ਉਹ ਕਿਸੇ ਦੀ ਲੈ ਕੇ ਠੇਕੇ ਤੇ ਲੈ ਕੇ ਵਾਹੀ ਕਰਦਾ ਹੈ। ਬਿਲਕੁਲ ਜੀ। ਹੁਣ ਇਹ ਗੱਲ ਜਿਹੜੀ ਹੈ ਜ਼ਮੀਨ ਦੀ ਨਹੀਂ ਰਹਿ ਗਈ ਜੀ, ਜ਼ਮੀਰ ਦੀ ਹੋ ਗਈ ਆ। ਹਾਂਜੀ, ਜ਼ਮੀਨ ਦੀ ਤਾਂ ਹੈ ਹੀ ਆ। ਹਾਂਜੀ, ਜਿਹੜੀਆਂ ਜਾਗਦੀਆਂ ਜ਼ਮੀਰਾਂ ਵਾਲੇ ਨੇ ਉਹ ਵੀ ਉੱਥੇ ਪਹੁੰਚ ਚੁੱਕੇ ਨੇ। ਮਨਜੀਤ ਸਿੰਘ ਰਾਣਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਦੇ ਲਈ। ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਪੰਜਾਬ ਸਰਕਾਰ ਲਿਬੜਾ ਪੰਜਾਬ ਸਰਕਾਰ ਜਿੰਦਾਬਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ, ਠੰਡ ਜਿਹੜੀ ਆ ਜੀ ਨੋ ਡਾਊਟ ਇੰਡੀਆ ਦੇ ਵਿੱਚ ਵੀ ਬਹੁਤ ਆ, ਪਰ ਐਡਮਿੰਟਨ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਬਹੁਤ ਤੇਜ਼ੀ ਨਾਲ ਗਿਰ ਰਿਹਾ। ਅੱਜ ਵੀ -25-30 ਵਾਲਾ ਮਾਈਨਸ 28 ਆ ਜੀ ਅੱਜ ਵੀ। ਬਹੁਤ ਜ਼ਿਆਦਾ ਠੰਡ ਹੈ। ਔਰ ਮੈਂ ਦੇਖ ਰਿਹਾ ਵੀ ਕਾਫੀ ਦੋਸਤ ਇੱਥੇ ਇਕੱਠੇ ਹੋਏ ਨੇ ਅੱਜ ਦੀ ਇਸ ਰੈਲੀ ਦੇ ਵਿੱਚ। ਕੀ ਕਹਿਣਾ ਚਾਹੋਗੇ ਤੁਸੀਂ? ਆਪਾਂ ਤਾਂ ਚਲੋ ਫਿਰ ਇੱਥੇ ਜਿਹੜੇ ਵਿਚਾਰੇ ਕਿਸਾਨ ਦਿੱਲੀ ਦੇ ਵਿੱਚ ਧਰਨਿਆਂ ਤੇ ਬੈਠੇ ਆ, ਉਹਨਾਂ ਨੂੰ ਦੇਖ ਲਓ 1.5 ਮਹੀਨੇ ਤੋਂ ਉੱਪਰ ਹੋ ਗਿਆ ਦਿੱਲੀ 'ਚ ਬੈਠਿਆਂ ਨੂੰ, ਰਾਈਟ। ਤੇ ਨਾ ਵੀ ਵਿਚਾਰੇ ਠੰਡੇ ਪਾਣੀ ਨਾਲ ਰਹੇ ਆ, ਰਾਈਟ। ਕੋਈ ਸੁੱਖ ਦੀ ਸਹੂਲਤਾਂ ਨਹੀਂ ਉੱਥੇ। ਇਹ ਤਾਂ ਵਿਚਾਰਾ ਭਾਈਚਾਰਾ ਜਿਹੜਾ ਸਾਰਾ ਕੁਝ ਇਕੱਠਾ ਕਰਕੇ ਉਹਨਾਂ ਨੂੰ ਵਾਹਿਗੁਰੂ ਦੀ ਮਿਹਰ ਆ, ਜਿਹੜਾ ਲੰਗਰ ਚੱਲ ਰਿਹਾ ਉੱਥੇ 20 ਰੁਪਏ ਦੀ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਦੀ ਦਿੱਤੀ ਹੋਈ ਦਾਤ ਆ, ਜਿਹੜੀ ਅੱਜ ਬਹੁਤ ਸੋਹਣਾ ਲੰਗਰ ਚੱਲ ਰਿਹਾ। ਤੇ ਬਹੁਤ ਮਾੜੀ ਜਿਹੜੀ ਆਹ ਕਾਲੇ ਕਾਨੂੰਨਾਂ ਦਾ ਲੈ ਕੇ ਆਂਦੇ ਆ ਮੋਦੀ ਸਰਕਾਰ ਨੇ, ਤੇ ਅਸੀਂ ਉਹਦੀ ਬਹੁਤ ਨਿੰਦਾ ਕਰਦੇ ਹਾਂ। ਤੇ ਇਸ ਲਈ ਇਕੱਠੇ ਹੋਏ ਹਾਂ ਤੇ ਵਾਹਿਗੁਰੂ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਕਿ ਇਸ ਨੂੰ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤੇ ਕਿਸਾਨ ਆਪਦੇ ਜਿੱਤ ਕੇ ਆਪਦੇ ਘਰਾਂ ਨੂੰ ਆਉਣ। ਜਿਹੜੇ ਵਿਚਾਰੇ ਘਰਾਂ ਤੋਂ ਬਾਹਰ ਬੈਠੇ ਕਿਸਾਨ, ਇਕੱਲੇ ਕਿਸਾਨ, ਸਾਰੇ ਇੰਡੀਆ ਦੇ ਕਿਸਾਨ, ਇਕੱਲੇ ਕਿਸਾਨ ਨਹੀਂ, ਨਾਲੇ ਬੱਚੇ ਵੀ ਛੋਟੇ ਛੋਟੇ ਉੱਥੇ ਬੈਠੇ ਆ, ਬੀਬੀਆਂ ਵੀ ਬੈਠੀਆਂ, ਭੈਣਾਂ ਵੀ ਬੈਠੀਆਂ ਨੇ, ਜਿਹੜੀਆਂ ਕਿ ਠੰਡ ਦੇ ਵਿੱਚ ਆਪਾਂ 10 ਮਿੰਟ ਨਹੀਂ ਚੱਲ ਸਕਦੇ, ਜਿਹੜੇ 1.5-2 ਮਹੀਨਿਆਂ ਤੋਂ ਬੈਠੇ ਆ। ਬਿਲਕੁਲ ਜੀ, ਬਿਲਕੁਲ। ਪੂਰੇ ਪਰਿਵਾਰ ਉੱਥੇ ਬੈਠੇ ਹੋਏ ਨੇ ਔਰ ਇਹ ਸੰਘਰਸ਼ ਅਜੇ ਪਤਾ ਨਹੀਂ ਆ ਹੋਰ ਕਿੰਨਾ ਸਮਾਂ ਲਵੇਗਾ ਕਿ ਇਹ ਜਿਹੜੇ ਕਾਲੇ ਕਾਨੂੰਨ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਰੱਦ ਕਰਵਾਇਆ ਜਾਵੇ। ਪਰ ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਏਦਾਂ ਲੱਗ ਰਿਹਾ ਕਿ ਉਹਨੂੰ ਆਮ ਪਬਲਿਕ ਦਾ ਪਤਾ ਹੀ ਨਹੀਂ ਵੀ ਪਬਲਿਕ ਕੀ ਹੁੰਦੀ ਆ, ਸਾਡੇ ਮਾਪਿਓ ਕੀ ਹੁੰਦੇ ਆ, ਬੱਚੇ ਕੀ ਹੁੰਦੇ ਆ, ਧੀਆਂ ਪੁੱਤ ਕੀ ਹੁੰਦੇ ਆ, ਰਾਈਟ। ਇਹੀ ਸੋਚ ਕੇ ਦੇਖਣ ਵੀ ਹਾਂ ਜੇ ਮੇਰੇ ਹੁੰਦੇ ਇੱਥੇ ਬੈਠੇ ਹੁੰਦੇ ਤਾਂ ਮੇਰੇ ਤੇ ਕੀ ਬੀਤਦੀ, ਰਾਈਟ। ਤੇ ਹੈ ਹੀ ਨਹੀਂ ਕੋਈ, ਜਾਣੀ ਕਿ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆ ਵੀ ਛੇਤੀ ਤੋਂ ਛੇਤੀ ਕਿਸਾਨ ਜਿੱਤ ਕੇ ਆਪਦੇ ਘਰਾਂ ਨੂੰ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਤੇ ਹੁਣ ਮੇਰੇ ਨਾਲ ਜੁੜ ਚੁੱਕੇ ਨੇ ਜੀ ਇਸ਼ਾਨ ਸਿੰਘ ਮਾਨ, ਇਹ ਵੀਰ ਇੱਥੋਂ ਦੇ ਬੌਰਨ ਬਰੋਟਅਪ ਨੇ। ਤੇ ਵੀਰ ਜੀ, ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਵਾ, ਬਹੁਤ ਵਿਸ਼ਾਲ ਅੰਦੋਲਨ ਹੋ ਚੁੱਕਿਆ ਵਾ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਕਿਸਾਨ ਆਪਣੇ ਆਪਣੇ ਪਰਿਵਾਰਾਂ ਦੇ ਨਾਲ ਬੈਠੇ ਨੇ। ਤੇ ਇਹ ਜਿਹੜਾ ਅੰਦੋਲਨ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? Well, as a son and a grandson of a Kisan, I stand with all peaceful protests around the world, as well as no farmers, no food. I believe that Modi should take back his laws and he should just rip the bill apart. I support all farmers in India. My cousins and all my relatives are at the Delhi rally today, or in a few hours, which will be beginning, and I stand with them in Edmonton here. ਬਿਲਕੁਲ ਜੀ, ਸਲਾਮ ਕਰਦੇ ਹਾਂ ਤੁਹਾਡੇ ਜਜ਼ਬੇ ਨੂੰ। ਇੰਨੀ ਠੰਡ ਦੇ ਬਾਵਜੂਦ ਤੁਸੀਂ ਇੱਥੇ ਇਕੱਤਰ ਹੋਏ ਜੇ, ਬਹੁਤ ਬਹੁਤ ਧੰਨਵਾਦ ਜੀ ਗੱਲ ਕਰਨ ਲਈ। ਰਾਣਾ ਜੀ ਫਿਰ ਦੁਬਾਰਾ ਜੁੜ ਚੁੱਕੇ ਨੇ ਜੀ ਸਾਡੇ ਨਾਲ। ਅੰਤ ਦੇ ਵਿੱਚ ਇਹ ਜਿਹੜੀ ਅੱਜ ਦੀ ਇੱਥੇ ਅਸੀਂ ਇਕੱਠ ਕੀਤਾ ਵਾ ਆਪਣੇ ਪੰਜਾਬ ਵਿੱਚ, ਦਿੱਲੀ ਵਿੱਚ ਬੈਠੇ ਸਾਰੇ ਕਿਸਾਨਾਂ ਦੇ ਹੱਕਾਂ ਦੇ ਵਿੱਚ, ਉਸ ਬਾਰੇ ਹੁਣ ਕੀ ਕਹਿਣਾ ਚਾਹੋਗੇ ਤੁਸੀਂ? ਅਸੀਂ ਸਭ ਤੋਂ ਪਹਿਲਾਂ ਤਾਂ ਜਿਵੇਂ
ਆਪਣੇ ਮਾਨ ਸਾਹਿਬ ਗੁਰਦੀਪ ਸਿੰਘ ਜੀ ਮਾਨ ਜੀ। ਸ਼ਾਨ ਸਿੰਘ ਮਾਨ ਤੇ ਹੋਰ ਸਾਡੇ ਪਤਵੰਤ ਤੇ ਸੱਜਣ ਅੱਜ ਬਹੁਤ ਇੱਥੇ ਇਕੱਠ ਹੋਇਆ ਜੀ। ਤੇ ਪੰਜਾਬ ਦੇ ਹੱਕ ਲਈ, ਕਿਉਂਕਿ ਅਸੀਂ ਕਿਸਾਨਾਂ ਦੇ ਪੁੱਤ ਆ, ਅਸੀਂ ਕਿਸਾਨਾਂ ਦੇ ਪੁੱਤ ਆ, ਇਸ ਕਰਕੇ ਅਸੀਂ ਇਕੱਠੇ ਹੋਏ ਆ। ਸਾਨੂੰ ਹਮਦਰਦੀ ਆ, ਅਸੀਂ ਸਰੀਰ ਕਰਕੇ ਇੱਥੇ ਆ। ਸਾਡੀਆਂ ਰੂਹਾਂ ਅੱਜ ਭਾਰਤ ਸਰਕਾਰ ਦੇ ਖਿਲਾਫ ਲੜ ਰਹੀਆਂ। ਅੱਜ ਅਸੀਂ ਭਾਰਤ ਦੇ ਵਿੱਚ ਬੈਠੇ ਆ ਰੂਹਾਂ ਕਰਕੇ, ਪਰ ਸਰੀਰ ਕਰਕੇ ਅਸੀਂ ਇੱਥੇ ਬੈਠੇ ਆ। ਸਾਡੀ ਭਾਰਤ ਸਰਕਾਰ ਨੇ ਇੱਕ ਨਹੀਂ ਮੰਨੀ। ਭਾਰਤ ਸਰਕਾਰ ਟੱਚ ਤੋਂ ਮੱਚ ਨਹੀਂ ਹੋ ਰਹੀ, ਉਹਨੂੰ ਹੋਣਾ ਪੈਣਾ, ਕਿਉਂਕਿ ਸਾਡੇ ਅੱਜ ਬੱਚੇ ਬੱਚੀਆਂ ਵਰਲਡ 'ਚ ਬੈਠੇ ਆ। ਪੂਰੇ ਵਰਲਡ 'ਚ ਸਾਡਾ ਅਸੀਂ ਸਮਰਥਨ ਦੇ ਰਹੇ ਆ ਪੂਰੇ ਭਾਰਤ ਦੇ ਲੋਕਾਂ ਨੂੰ, ਕਿਰਤੀ ਕਿਸਾਨਾਂ ਨੂੰ, ਮਜ਼ਦੂਰਾਂ ਨੂੰ। ਅਸੀਂ ਉਹਨਾਂ ਦੇ ਨਾਲ ਆ, ਇਸ ਕਰਕੇ ਆਣੇ ਆ। ਭਾਰਤ ਸਰਕਾਰ ਨੂੰ ਸਮਝ ਆਉਣਾ ਚਾਹੀਦਾ, ਕਿਉਂਕਿ ਹੁਣ ਇਹ ਅਨਪੜ੍ਹ ਲੋਕ ਨਹੀਂ ਰਹਿ ਗਏ, ਇਹ ਅੱਜ ਲੋਕ ਪੜ੍ਹੇ ਲਿਖੇ ਆ। ਇਸ ਕਰਕੇ ਮੋਦੀ ਸਾਹਿਬ ਸੁਧਰ ਜੋ, ਹਜੇ ਵੀ ਟਾਈਮ ਹੈ, ਇਹ ਬਿੱਲ ਵਾਪਸ ਲਓ। ਅਸੀਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਅਪੀਲ ਕਰਦੇ ਹਾਂ। ਭਾਜੀ ਇੱਕ ਗੱਲ ਜ਼ਰੂਰ ਇੱਥੇ ਮੈਂ ਹੋਰ ਸ਼ੇਅਰ ਕਰਨੀ ਚਾਹੂੰਗਾ ਕਿ ਜਿਹੜਾ ਆਪਣਾ ਅੰਦੋਲਨ ਆ ਬੜਾ ਪੀਸਫੁਲ ਬਹੁਤ ਚਿਰ ਤੋਂ ਚੱਲ ਰਿਹਾ ਵਾ, ਪਰ ਸਰਕਾਰ ਉੱਥੋਂ ਦੀ ਜਾਂ ਜਿਹੜਾ ਗੋਦੀ ਮੀਡੀਆ ਵਾ ਉਹਦੀਆਂ ਲਗਾਤਾਰ ਕੋਸ਼ਿਸ਼ਾਂ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਧਾਰਮਿਕ ਰੰਗਤ ਦਿੱਤੀ ਜਾਵੇ, ਜਾਂ ਇਹਨੂੰ ਖਾਲਿਸਤਾਨੀ ਕਹਿ ਕੇ, ਟੁਕੜੇ ਟੁਕੜੇ ਗੈਂਗ ਕਹਿ ਕੇ, ਜਾਂ ਹੋਰ ਇਹੋ ਜਿਹੇ ਅਲੱਗਵਾਦੀ ਕਹਿ ਕੇ, ਥਲੱਗਵਾਦੀ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ। ਇਸ ਬਾਰੇ ਤੁਹਾਨੂੰ ਕੀ ਲੱਗਦਾ? ਦੇਖੋ ਜੀ, ਇਹਦੇ ਬਾਰੇ ਮੈਂ ਤਾਂ ਇਹੀ ਕਹੂੰਗਾ, ਸਾਨੂੰ ਬਦਨਾਮ ਕਰਦੇ ਤੁਰੇ ਆਏ ਆ ਜੀ। ਪਹਿਲਾਂ ਸਦੀਆਂ ਤੋਂ ਬਦਨਾਮ ਕਰਦੇ ਤੁਰੇ ਆ, ਅੱਜ ਵੀ ਸਾਨੂੰ ਬਦਨਾਮ ਕਰ ਰਹੇ ਆ ਜੀ। ਸਾਡਾ ਕੋਈ ਖਾਲਿਸਤਾਨ ਦਾ ਕੋਈ ਨਹੀਂ ਗਾ ਮਸਲਾ। ਅਸੀਂ ਤਾਂ ਸਿਰਫ ਆਪਦੇ ਹੱਕ ਮੰਗਦੇ ਆ। ਸਾਡਾ ਕਿਸਾਨੀ ਅਤੇ ਮਜ਼ਦੂਰ ਏਕਤਾ, ਕਿਸਾਨ ਏਕਤਾ ਵੀ ਪੂਰਾ ਸਟਰੋਂਗ ਹੋਣਾ ਚਾਹੀਦਾ। ਜੇ ਸਾਡਾ ਮਜ਼ਦੂਰ ਕਿਸਾਨ ਸਟਰੋਂਗ ਹੈ ਤੇ ਸਾਡਾ ਪੰਜਾਬ ਸਟਰੋਂਗ, ਸਾਡਾ ਭਾਰਤ ਸਟਰੋਂਗ ਹੈ। ਕਿਉਂ ਸਾਨੂੰ ਇੱਥੇ ਬਾਹਰਲੇ ਮੁਲਕਾਂ 'ਚ ਆਉਣ ਦੀ ਲੋੜ ਹੈ? ਜੇ ਸਾਡੀਆਂ ਸਰਕਾਰਾਂ ਹੁੰਦੀਆਂ ਸਾਨੂੰ ਲੋੜ ਨਹੀਂ ਸੀ ਇਸ ਭਾਰਤ, ਕੈਨੇਡਾ, ਅਮਰੀਕਾ, ਵਰਲਡ ਇੱਥੇ ਆਉਣ ਦੀ। ਕੌਣ ਆਪਣਾ ਘਰ-ਬਾਰ ਛੱਡਦਾ ਜੀ? ਹਾਂਜੀ, ਆਪਣੇ ਬਜ਼ੁਰਗ ਮਾਂ ਪਿਓ ਛੱਡ ਕੇ ਕੌਣ ਆਉਂਦਾ? ਸਿਰ ਰਿਸ਼ਤੇਦਾਰ ਸਭ ਛੱਡ ਕੇ, ਭੈਣ ਭਾਈਆਂ ਨੂੰ ਛੱਡ ਕੇ ਆਉਣੇ ਜੀ। ਸਾਡਾ ਅੱਜ ਵੀ ਸਾਡੀ ਹਮਦਰਦੀ ਆ ਉੱਥੇ ਪੰਜਾਬ ਨਾਲ, ਭਾਰਤ ਨਾਲ। ਸਾਡੀਆਂ ਰੂਹਾਂ ਜਿਹੜੀਆਂ ਉੱਥੇ ਹੀ ਆ। ਅਸੀਂ ਦਿਨ ਪਰ ਰਾਤ ਸੁਪਨੇ 'ਚ ਉੱਥੇ ਰਹਿੰਦੇ ਆ। ਇਸ ਕਰਕੇ ਮੈਂ ਆ ਨਾ, ਜਿਹੜੇ ਅੱਜ ਇਕੱਠੇ ਹੋਏ ਉਹਨਾਂ ਦਾ ਧੰਨਵਾਦ ਕਰਦਾ। ਅੱਜ ਰੈਲੀ ਚੱਲੀ ਆ ਉੱਥੇ ਜੀ, ਸਭ ਤੋਂ ਵੱਡਾ ਅੰਦੋਲਨ ਹੋ ਰਿਹਾ, ਸ਼ਾਂਤਮਈ ਅੰਦੋਲਨ ਹੋ ਰਿਹਾ। ਤੇ ਆਓ ਆਪਾਂ ਪੂਰੇ ਵਰਲਡ ਨੂੰ ਮੈਂ ਬੇਨਤੀ ਕਰਦਾ, ਇਕੱਠੇ ਹੋ ਕੇ ਫੋਨਾਂ ਰਾਹੀਂ ਆਪਾਂ ਉਹਨਾਂ ਨੂੰ ਕਹੀਏ ਸ਼ਾਂਤਮਈ ਜਾਣਾ, ਮਦਦ ਕਰਨੀ ਆ। ਜਿਵੇਂ ਕੋਈ ਮਦਦ, ਕੋਈ ਲੰਗਰ ਦੀ, ਕੋਈ ਪੈਸੇ ਦੀ, ਕੋਈ ਦਵਾਈ ਬੂਟੀ ਦੀ ਮਦਦ ਕਰੋ। ਆਪਾਂ ਇੱਕ ਮੁੱਠ ਹੋ ਕੇ ਚੱਲਣਾ, ਸਾਰੇ ਭਾਰਤ ਦੇ ਕਿਸਾਨ ਦੇ ਨਾਲ, ਮਜ਼ਦੂਰ ਦੇ ਨਾਲ। ਮਜ਼ਦੂਰ ਕਿਸਾਨ ਸਭ ਏਕਤਾ ਤਾਂ ਜਿੰਦਾਬਾਦ ਤਾਂ ਹੋਣੀ ਹੈ, ਨਹੀਂ ਜਿੰਦਾਬਾਦ ਕਹਿਆ ਨਹੀਂ ਹੋਇਆ ਜਾਂਦੀ। ਇਕੱਠ ਜਦੋਂ ਇਕੱਠ ਵੱਡੇ ਹੋਇਆ ਕਰਦੇ ਆ, ਉਦੋਂ ਕੁਛ ਆਪਾਂ ਨੂੰ ਮਿਲਦਾ, ਉਹ 'ਚੋਂ ਲਾਭ ਹੁੰਦਾ। ਸਭ ਤੋਂ ਵੱਡੀ ਗੱਲ ਅੱਜ ਇਹ ਆ ਵੀ ਉੱਥੇ ਜਿਹੜੀਆਂ ਸਰਕਾਰਾਂ ਇਹ ਵਿੱਚ ਆਪਣੇ ਘਪਲੇ ਕਰਾ ਰਹੀਆਂ, ਬੰਦੇ ਭੇਜ ਰਹੀਆਂ, ਉਹ ਅੱਜ ਮਹਾਰਾਜ ਦੀ ਇੰਨੀ ਕਿਰਪਾ ਹੋਈ ਆ, ਇਕੱਠ ਸ਼ਾਂਤਮਈ ਹੋ ਰਿਹਾ। ਤੇ ਅਸੀਂ ਚਾਹੁੰਦੇ ਹਾਂ ਜਿਹੜਾ ਅੱਜ ਇਕੱਠ ਤੁਰ ਪਿਆ ਇਸ ਵਕਤ ਤਿਆਰੀ 'ਚ, ਤੇ ਉਹ ਸ਼ਾਂਤਮਈ ਸਿਰੇ ਚੜ੍ਹੇ। ਮਹਾਰਾਜ ਕਿਰਪਾ ਕਰਨ, ਉਹਨਾਂ ਨੂੰ ਸਮੱਤ ਬਖਸ਼ਣ ਸਰਕਾਰਾਂ ਨੂੰ, ਉਹ ਪੰਜਾਬ ਨੂੰ, ਭਾਰਤ ਨੂੰ ਮੋੜ ਉਹਨਾਂ ਲੀਆਂ ਤੇ ਲੈ ਆਉਣ। ਹਜੇ ਵੀ ਮੌਕਾ ਕੁਛ ਨਹੀਂ ਵਿਗੜਿਆ। ਮਨਜੀਤ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ ਜੀ। ਸਤਿ ਸ੍ਰੀ ਅਕਾਲ। ਤੇ ਅੱਜ ਜੀ ਅਸੀਂ ਖਾਸ ਕਰਕੇ ਲਵਲੀ ਪਜ਼ੇਰੀਆ ਤੇ ਫੇਜ਼ਰ ਵਿਊ ਮੀਟ ਤੋਂ ਗੁਰਦੀਪ ਮਾਨ ਔਰ ਚੀਮਾ ਭਾਜੀ ਹੋਣਾ ਦਾ ਵੀ ਧੰਨਵਾਦ ਕਰਦੇ ਹਾਂ, ਕਿਉਂਕਿ ਜਿੰਨੇ ਵੀ ਇੱਥੇ ਵਲੰਟੀਅਰ ਆਏ ਸੀ, ਸੇਵਾਦਾਰ ਆਏ ਸੀਗੇ, ਸਾਰਿਆਂ ਨੂੰ ਚਾਹ ਪਾਣੀ ਦਾ ਲੰਗਰ ਵੀ ਇਹਨਾਂ ਨੇ ਛਕਾਇਆ ਵਾ। ਔਰ ਇਹ ਸਾਰਾ ਜਿੰਨਾ ਵੀ ਅੱਜ ਇਵੈਂਟ ਆਰਗੇਨਾਈਜ਼ ਕੀਤਾ ਸੀਗਾ, ਇਹਦਾ ਸਿਹਰਾ ਵੀ ਗੁਰਦੀਪ ਮਾਨ ਹੋਣਾ ਨੂੰ, ਮਨਜੀਤ ਸਿੰਘ ਰਾਣਾ ਹੋਣਾ ਨੂੰ ਜਾਂਦਾ ਹੈ। ਤੇ ਇੱਕ ਵਾਰੀ ਫਿਰ ਅਰਦਾਸ ਕਰਦੇ ਹਾਂ ਜੀ ਸਾਰਿਆਂ ਵੱਲੋਂ, ਔਰ ਪ੍ਰਮਾਤਮਾ ਕਰੇ ਵੀ ਜਿਹੜਾ ਉੱਥੇ ਅੱਜ ਰੈਲੀ ਹੋਣੀ ਆ ਉਹ ਸ਼ਾਂਤਮਈ ਤਰੀਕੇ ਨਾਲ ਹੋਵੇ, ਔਰ ਜਲਦ ਤੋਂ ਜਲਦ ਜਿਹੜੇ ਇਹ ਕਾਲੇ ਕਾਨੂੰਨ ਬਣਾਏ ਗਏ ਨੇ, ਭਾਰਤ ਸਰਕਾਰ ਇਹਨਾਂ ਨੂੰ ਰੱਦ ਕਰੇ, ਔਰ ਕਿਸਾਨ ਜਿਹੜੇ ਨੇ ਆਪੋ ਆਪਣੇ ਪਰਿਵਾਰਾਂ ਦੇ ਕੋਲ ਵਾਪਸ ਜਾਣ, ਔਰ ਜਿਹੜੀ ਜ਼ਿੰਦਗੀ ਆ ਫਿਰ ਤੋਂ ਬੈਕ ਟੂ ਨਾਰਮਲ ਹੋ ਜਾਵੇ ਜੀ। ਮਨਜੀਤ ਸਿੰਘ ਫੇਰੂਮਾਨ ਨੂੰ ਇੱਥੋਂ ਤੋਂ ਇਜਾਜ਼ਤ, ਧੰਨਵਾਦ। ਭਾਰਤ ਕਿਸਾਨ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਭਾਰਤ ਸਰਕਾਰ ਮੁਰਦਾਬਾਦ, ਭਾਰਤ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੀਡੀਆ ਦਾ ਬਹੁਤ ਬਹੁਤ ਧੰਨਵਾਦ ਮਨਜੀਤ ਭਾਈ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਸਾਡੇ ਮਨਜੀਤ ਸਿੰਘ ਫੇਰੂਮਾਨ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਕਿ ਸਾਡੇ ਪੂਰੇ ਐਡਮਿੰਟਨ ਦੀਆਂ ਖਬਰਾਂ ਪੂਰੇ ਭਾਰਤ 'ਚ ਭੇਜ ਰਹੇ ਆ ਤੇ ਭਾਰਤ ਤੋਂ ਇੱਥੇ ਸਾਨੂੰ ਦੱਸ ਰਹੇ ਆ ਵੀ ਕੀ ਕੁਝ ਹੋ ਰਿਹਾ। ਅਸੀਂ ਮਨਜੀਤ ਸਿੰਘ ਫੇਰੂਮਾਨ ਨੂੰ ਦਿਨ ਦੁੱਗਣੀ ਰਾਤ ਚੌਗਣੀ ਮਹਾਰਾਜ ਤਰੱਕੀ ਬਖਸ਼ਣ। ਇਦਾਂ ਹੀ
ਸਾਡੇ ਲੋਕਾਂ ਦੀ ਇਹ ਸੇਵਾ, ਪਬਲਿਕ ਦੀ ਸੇਵਾ ਕਰਦੇ ਰਹਿਣ। ਇਹਨਾਂ ਨੂੰ ਮਹਾਰਾਜ ਚੜ੍ਹਦੀਆਂ ਕਲਾ, ਟੀਮ ਨੂੰ ਚੜ੍ਹਦੀਆਂ ਕਲਾ ਬਖਸ਼ੇ ਤੇ ਇਹਨਾਂ ਦਾ ਆਪਾਂ ਸਾਥ ਦਿਆ ਕਰੋ। ਇਹੀ ਆ, ਜੇ ਆਪਾਂ ਪੱਤਰਕਾਰਾਂ ਦਾ ਆਪਾਂ ਸਾਥ ਦਈਏ ਤੇ ਇਹ ਆਪਣੀਆਂ ਗੱਲਾਂ ਅੱਗੇ ਪਹੁੰਚਾਉਂਦੇ ਰਹਿਣਗੇ ਤੇ ਆਪਾਂ ਮੀਡੀਆ ਦੇ ਵਿੱਚ ਆ ਕੇ ਤੇ ਆਪਾਂ ਸਰਕਾਰਾਂ ਤੱਕ ਗੱਲਾਂ ਪਹੁੰਚਾ ਸਕਦੇ ਹਾਂ। ਬਹੁਤ ਧੰਨਵਾਦ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ।